ਪੰਜਾਬ ਵਿਧਾਨ ਸਭਾ ਇਲੈਕਸ਼ਨਸ ਨੂੰ ਲੈ ਕੇ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਔਰ ਜਿੱਥੋਂ ਤੱਕ ਗੱਲ ਅੰਮ੍ਰਿਤਸਰ ਪੂਰਬੀ ਸੀਟ ਦੀ ਹੈ ਤਾਂ ਸਾਰੇ ਦੀਆਂ ਨਿਗਾਹਾਂ ਇਸ ਸੀਟ ਤੇ ਲੱਗੀਆਂ ਹੋਈਆਂ ਨੇ ਕਿਉਂਕਿ ਹੌਟ ਸੀਟ ਬਣ ਚੁੱਕੀ ਹੈ। ਇੱਕ ਪਾਸੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਮੈਦਾਨ 'ਚ ਨੇ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਿਕਰਮ ਸਿੰਘ ਮਜੀਠੀਆ। ਤਾਂ ਬੀਜੇਪੀ ਗਠਬੰਧਨ ਦੀ ਗੱਲ ਕੀਤੀ ਜਾਵੇ ਤਾਂ ਡਾਕਟਰ ਜਗਮੋਹਨ ਸਿੰਘ ਰਾਜੂ ਜਿਹੜੇ ਕਿ ਬੀਜੇਪੀ ਤੇ ਕੈਂਡੀਡੇਟ ਨੇ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਸਰ, ਕਿਸ ਤਰ੍ਹਾਂ ਦਾ ਚੋਣ ਪ੍ਰਚਾਰ ਚੱਲਿਆ ਜੀ? देखो ਹੁਣ 3 दिन रह गए जी और ਵੋਟਰਾਂ ਨੇ ਲਗਭਗ ਆਪਣਾ ਮਨ ਬਣਾ ਲਿਆ ਔਰ ਉਹਨਾਂ ਦਾ ਮਨ ਜਿਹੜਾ ਬਣਿਆ ਦਿਖਦਾ ਹੈ ਜੀ ਉਹ ਇਹ ਹੈ ਕਿ ਨਾ ਤਾਂ ਉਹ ਸਿੱਧੂ ਸਾਹਿਬ ਨਾਲ ਖੁਸ਼ ਨੇ ਕਿਉਂਕਿ ਉਹਨਾਂ ਨੇ ਕੋਈ ਕੰਮ ਵਿਕਾਸ ਤਾਂ ਇਸ ਕੌਂਸਟੀਟੂਐਂਸੀ 'ਚ ਕੀਤਾ ਨਹੀਂ ਜੀ। ਹਰ ਘਰ ਦੀ ਇਹ ਵੱਡੀ ਸ਼ਿਕਾਇਤ ਹੈ ਕਿ ਜਿੰਨੇ ਵੀ ਉਹਨਾਂ ਨੇ ਲਾਰੇ ਲੱਪੇ ਲਾਏ ਸੀ ਤੇ ਕੋਈ ਉਹਨਾਂ ਨੇ ਪੂਰੇ ਕੀਤੇ ਨਹੀਂ। ਭਾਵੇਂ ਉਹ ਜਿਹੜਾ ਇੱਥੇ ਫਾਟਕ ਜਿਹੜਾ ਟ੍ਰੇਨ ਦਾ ਇੱਕ ਹਾਦਸਾ ਹੋਇਆ ਸੀ ਉਹਦੇ ਲਈ ਜੋ ਉਹਨਾਂ ਨੇ ਕਿਹਾ ਉਹ ਨਹੀਂ ਹੋਇਆ। ਉਹਨਾਂ ਨੇ ਕਿਹਾ ਸੀਗਾ ਜੀ ਅਸੀਂ ਬਹੁਤ ਵੱਡਾ ਇੱਥੇ ਸਪੋਰਟਸ ਸਟੇਡੀਅਮ ਬਣਾਵਾਂਗੇ, ਉਹ ਨਹੀਂ ਹੋਇਆ। ਤੁਸੀਂ ਬੇਸਿਕ ਫੈਸਿਲਿਟੀਜ਼ ਦੇਖ ਲਓ ਜੀ ਇਸ ਹਲਕੇ ਦੀਆਂ, ਉਹਦੇ ਵਿੱਚ ਤੁਹਾਨੂੰ ਕੋਈ ਵੀ ਕੰਮ ਹੋਇਆ ਦਿਖਦਾ ਨਹੀਂ ਹੈ ਔਰ ਸਾਰਾ ਦਾ ਸਾਰਾ ਇਹ ਹਲਕਾ ਇੰਨਾ ਪਿਛੜਿਆ ਕਿ ਇੱਕ ਪਿੰਡ ਦੀ ਤਰ੍ਹਾਂ ਦਿਖਦਾ ਹੈ। ਜਗ੍ਹਾ ਜਗ੍ਹਾ ਪਾਣੀ, ਜਗ੍ਹਾ ਜਗ੍ਹਾ ਕੂੜਾ, ਜਗ੍ਹਾ ਜਗ੍ਹਾ ਸੀਵੇਜ ਦੀਆਂ ਪ੍ਰੋਬਲਮ, ਗਟਰ ਸਾਰੇ ਫੁੱਲ ਰਹਿੰਦੇ ਨੇ ਜੀ। ਕਿਸੇ ਨੂੰ ਪਾਣੀ ਪੀਣ ਦੀ ਫੈਸਿਲਿਟੀ ਨਹੀਂ ਹੈ। ਬੱਚਿਆਂ ਨੂੰ ਪੜ੍ਹਾਈ ਦਾ ਮੌਕਾ ਨਹੀਂ ਮਿਲ ਰਿਹਾ ਹੈ। ਕੋਈ ਨੌਕਰੀਆਂ ਨਹੀਂ ਆਈਆਂ। ਇਹਨਾਂ ਨੇ ਕਿਹਾ ਸੀ ਅਸੀਂ ਇੰਡਸਟਰੀਆਂ ਲੈ ਆਵਾਂਗੇ, ਕੁਛ ਨਹੀਂ ਆਇਆ ਜੀ। ਇਸੇ ਤਰ੍ਹਾਂ ਜਿਹੜਾ ਮਜੀਠੀਆ ਸਾਹਿਬ ਹੈ ਉਹਨਾਂ ਨੂੰ ਵੀ ਵੋਟਰਾਂ ਨੂੰ ਬਹੁਤ ਇੱਕ ਤਰ੍ਹਾਂ ਦਾ ਸਹਿਮੇ ਹੋਏ ਨੇ। ਉਹਨਾਂ ਨੂੰ ਡਰ ਹੈ ਕਿ ਇਹਨਾਂ ਦੇ ਆਉਣ ਨਾਲ ਜਿਹੜੀ ਇੱਕ ਚਿੱਟੇ ਦੀ ਪ੍ਰੋਬਲਮ ਹੈ, ਡਰੱਗਸ ਦੀ ਪ੍ਰੋਬਲਮ ਹੈ, ਨਸ਼ੇ ਦੀ ਪ੍ਰੋਬਲਮ ਹੈ, ਉਹ ਕਈ ਗੁਣਾ ਵੱਧ ਜਾਏਗੀ। ਉਹਨਾਂ ਦਾ ਜਿਹੜਾ ਡਰ ਹੈ ਉਹ ਇਸ ਆਧਾਰ 'ਤੇ ਹੈ ਕਿ ਇੱਕ ਪੰਜਾਬ ਸਰਕਾਰ ਦੀ ਸਰਕਾਰੀ ਇਨਵੈਸਟੀਗੇਸ਼ਨ ਏਜੰਸੀ ਨੇ ਇੱਕ ਬਹੁਤ ਵੱਡਾ ਉਹਨਾਂ 'ਤੇ FIR ਦਰਜ ਕੀਤਾ ਕਿ ਨਾ ਇਹ ਸਾਰੇ ਪੰਜਾਬ 'ਚ ਨਸ਼ੇ ਨੂੰ ਪ੍ਰੋਟੈਕਸ਼ਨ ਦਿੰਦੇ ਨੇ ਅਤੇ ਉਹਨੂੰ ਪੂਰੀ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਖੁਦ ਇਸ ਬਿਜ਼ਨਸ 'ਚ ਨੇ। ਇਹ ਇਹਨਾਂ ਦੇ ਉੱਤੇ FIR ਹੈ। ਅਤੇ ਤੁਹਾਨੂੰ ਪਤਾ ਹੀ ਹੈ ਜੀ ਮਾਪਿਆਂ ਦੀਆਂ ਜਿਹੜੀਆਂ ਸਭ ਤੋਂ ਵੱਡੀ ਖਵਾਹਿਸ਼ ਹੁੰਦੀ ਹੈ ਕਿ ਸਾਡੀ ਆਉਣ ਵਾਲੀ ਪਨੀਰੀ, ਸਾਡੇ ਬੱਚੇ, ਉਹਨਾਂ ਦਾ ਭਵਿੱਖ ਕਿਸੇ ਹਾਲ 'ਚ ਵੀ ਖਰਾਬ ਨਾ ਹੋਏ ਅਤੇ ਉਹ ਕਦੇ ਨਹੀਂ ਚਾਹੁੰਦੇ ਕਿ ਬੱਚੇ ਸਕੂਲ ਛੱਡ ਕੇ, ਪੜ੍ਹਾਈਆਂ ਛੱਡ ਕੇ ਨਸ਼ਿਆਂ ਵਿੱਚ ਪੈਣ। ਤੁਸੀਂ ਲਗਾਤਾਰ ਕੰਪੇਨਿੰਗ ਕਰ ਰਹੇ ਹੋ, ਤੁਸੀਂ ਕੀ ਜਾਣਿਆ ਲੋਕਾਂ ਨੇ ਕੀ ਦਿੱਕਤਾਂ ਜਿਹੜੀਆਂ ਨੇ, ਕਿਆ ਦਿੱਕਤਾਂ ਸਹੀ ਨਜ਼ਰ ਆਉਂਦੀਆਂ? ਕਿਉਂਕਿ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਇਹਦਾ ਵਿਕਾਸ ਨਹੀਂ ਹੋਇਆ, ਦੂਜੇ ਪਾਸੇ ਜਦੋਂ ਨਵਜੋਤ ਸਿੰਘ ਸਿੱਧੂ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਵੀ ਜਿੰਨਾ ਇਹਦਾ ਵਿਕਾਸ ਹੋਇਆ ਪੰਜਾਬ 'ਚ ਹੋਰ ਕਿਸੇ ਹਲਕੇ ਦਾ ਵਿਕਾਸ ਨਹੀਂ ਹੋਇਆ। ਅਤੇ ਇਹ ਤਾਂ ਤੁਹਾਨੂੰ ਤੁਸੀਂ ਆਫਟਰ ਆਲ ਮੀਡੀਆ 'ਚੋਂ ਤੁਸੀਂ ਇੱਕ ਜਰਨਲਿਸਟ ਹੋ, ਤੁਹਾਨੂੰ ਚਾਹੀਦਾ ਹੈ ਕਿ ਹਲਕੇ ਦਾ ਦੌਰਾ ਕਰੋ, ਇੱਕ ਇਨਵੈਸਟੀਗੇਟਿਵ ਜਰਨਲਿਜ਼ਮ ਕਰੋ ਔਰ ਖੁਦ ਜਾ ਕੇ ਦੇਖੋ ਕਿ ਜੋ ਉਹ ਕਹਿ ਰਹੇ ਨੇ ਉਹ ਸਹੀ ਹੈ ਕਿ ਨਹੀਂ ਹੈ। ਪਰ ਜੇ ਉਹ ਵੀ ਨਹੀਂ ਹੋ ਸਕਦਾ ਤਾਂ ਆਪਾਂ ਇੱਕ ਥਾਂ ਇਕੱਠੇ ਕਰਕੇ ਸਿੱਧੂ ਸਾਹਿਬ ਨੂੰ ਵੀ ਬੁਲਾ ਲਈਏ ਅਤੇ ਮਜੀਠੀਆ ਸਾਹਿਬ ਨੂੰ ਬੁਲਾ ਲਈਏ ਅਤੇ ਮੈਂ ਵੀ ਆ ਜਾਵਾਂ ਅਤੇ ਸਾਰੇ ਆਪਣੇ ਕੀ ਉਹਨਾਂ ਨੇ ਕੰਮ ਕੀਤੇ ਨੇ ਉਹ ਸਾਰੇ ਉੱਥੇ ਡਿਸਕਸ ਹੋ ਜਾਣ। ਇਹ ਚੈਲੰਜ ਕਰਨਾ ਚਾਹੁੰਦੇ ਡਿਬੇਟ ਦਾ ਜਾਂ? ਬਿਲਕੁਲ, ਮੈਂ ਤਾਂ ਕਹਿ ਰਿਹਾ ਜੀ ਕਿ ਆਪਸ ਦੀ ਲੜਾਈ ਔਰ ਆਪਸ 'ਚ ਘੁਸਣਮੁਖੀ, ਇੱਕ ਦੂਜੇ ਨੂੰ ਗਾਲਾਂ ਕੱਢਣਾ, ਇੱਕ ਦੂਜੇ ਨੂੰ ਕਹਿਣਾ ਕਿ ਮੈਂ ਤੈਨੂੰ ਲੰਮੇ ਪਾ ਦਾਂਗਾ, ਉਹ ਦੂਜਾ ਕਹਿੰਦਾ ਮੈਂ ਤੈਨੂੰ ਅੰਦਰ ਕਰ ਦਾਂ, ਉਹ ਕਹਿੰਦਾ ਮੈਂ ਤੈਨੂੰ ਆਹ ਕਰ ਦਾਂਗਾ। ਇਹਦੇ ਵਿੱਚ ਜਿਹੜਾ ਮੁੱਦਿਆਂ ਦਾ ਡਿਬੇਟ ਹੈ ਉਹ ਬਿਲਕੁਲ ਖੋ ਗਿਆ ਹੈ। ਮੈਨੂੰ ਇੱਕ ਅਪੀਲ ਕਰਨੀ ਹੈ ਤੁਹਾਡੇ ਇਸ ਮਾਧਿਅਮ ਤੋਂ ਕਿ ਕਿਉਂ ਨਾ ਇੱਕ ਪਲੇਟਫਾਰਮ 'ਤੇ ਬਹਿ ਕੇ ਮੁੱਦਿਆਂ ਦੀ ਗੱਲ ਹੋਏ। ਤੁਹਾਡਾ ਕਹਿਣਾ ਇਹ ਹੈ ਵੀ ਜਿਹੜੇ ਵੀ ਵੋਟਰ ਨੇ ਉਹਨਾਂ ਨੂੰ ਭਰਮਾਇਆ ਜਾ ਰਿਹਾ, ਮੁੱਦੇ ਦੀ ਰਾਜਨੀਤੀ ਨਹੀਂ ਹੋ ਰਹੀ, ਸਿਰਫ ਆਪਸ ਵਿੱਚ ਇੱਕ ਦੂਜੇ ਨਾਲ ਆਰੋਪ ਪ੍ਰਤੀਆਰੋਪ ਕੀਤੇ ਜਾ ਰਹੇ ਨੇ। ਬਿਲਕੁਲ ਇਹੀ ਹੋ ਰਿਹਾ ਹੈ ਕਿਉਂਕਿ ਤੁਸੀਂ ਆਪ ਉਹਨਾਂ ਦੇ ਇੰਟਰਵਿਊ ਸੁਣੀਆਂ ਹੋਣਗੀਆਂ। ਮੈਨੂੰ ਤਾਂ ਅੱਜ ਤੱਕ ਕੋਈ ਐਸੀ ਇੰਟਰਵਿਊ ਸੁਣਾਈ ਨਹੀਂ ਦਿੱਤੀ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਜੀ ਨੇ ਕੋਈ ਇਹ ਕਲੇਮ ਕੀਤਾ ਹੋਏ ਕਿ ਜੀ 1 2 3 4 5 6 7 ਇਹ ਮੇਰੀਆਂ। ਉਹ ਗੱਲ ਆਖ ਰਹੇ ਨੇ ਵੀ ਮਹਿਲਾਵਾਂ ਵਾਸਤੇ 1100 ਰੁਪਇਆ, ਜਿਹੜੀਆਂ ਬੇਟੀਆਂ ਪੜ੍ਹਦੀਆਂ ਨੇ ਉਹਨਾਂ ਵਾਸਤੇ ਵੀ ਪੈਸੇ ਦੀ ਉਹ ਗੱਲ ਆਖ ਰਹੇ ਨੇ ਵੀ ਜੇ ਉਹ ਸਰਕਾਰ ਉਹਨਾਂ ਦੀ ਬਣਦੀ ਆ ਤਾਂ ਕੀ ਉਹਨਾਂ ਦਾ ਵਿਜ਼ਨ ਆ ਔਰ ਪੰਜਾਬ ਦੀ ਵੀ ਪੂਰੀ ਗੱਲ ਕਰਦੇ ਨੇ। ਤੁਸੀਂ ਦੋ ਪ੍ਰਸ਼ਨ ਜਿਹੜੇ ਨਾ ਮਿਕਸ ਕਰ ਰਹੇ ਹੋ।
ਇੱਕ ਤੁਸੀਂ ਕਹਿ ਰਹੇ ਆ ਕਿ ਉਹਨਾਂ ਦਾ ਇਹ 10 ਸਾਲਾਂ ਦੇ ਐਮਐਲਏ ਔਰ 10 ਸਾਲਾਂ ਦੇ ਐਮਪੀ ਔਰ ਉਹਦੇ ਵਿੱਚੋਂ 2 ਸਾਲ ਸ਼ਹਿਰੀ ਮਿਨਿਸਟਰ ਵਜ਼ੀਰ ਰਹੇ ਹੋ, ਉਹਦੇ ਵਿੱਚ ਕੀ ਉਹਨਾਂ ਨੇ ਕੰਟਰੀਬਿਊਸ਼ਨ ਕੀਤੀ, ਉਹ ਹੀ ਗੱਲ ਹੈ। ਦੂਜਾ ਤੁਸੀਂ ਕਹਿ ਰਹੇ ਹੋ ਕਿ ਉਹ ਕਹਿੰਦੇ ਨੇ ਹੁਣ ਮੈਂ ਕਰੂੰਗਾ, ਅਤੇ ਜਦੋਂ ਉਹ ਐਮਐਲਏ ਸਨ, ਐਮਪੀ ਸਨ, ਸ਼ਹਿਰੀ ਮੰਤਰੀ ਸਨ, ਔਰ ਜਦੋਂ ਉਹਨਾਂ ਨੂੰ ਬਿਜਲੀ ਮਹਿਕਮੇ ਦਾ ਮੰਤਰਾਲਿਆ ਦਿੱਤਾ ਗਿਆ ਔਰ ਉਹਨਾਂ ਨੇ ਲਿੱਤਾ ਨਹੀਂ ਕਿਉਂਕਿ ਉਹ ਚਾਹੁੰਦੇ ਸੀ ਮੈਂ ਸਿਰਫ ਮੁੱਖ ਮੰਤਰੀ ਬਣਾ, ਉਦੋਂ ਤਾਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਨਹੀਂ, 20 ਸਾਲ ਕੀਤੀਆਂ ਨਹੀਂ, ਅਤੇ ਹੁਣ ਉਹ ਕਹਿ ਰਹੇ ਨੇ ਜੀ 5 ਸਾਲ ਹੋਰ ਦਿਓ ਅਤੇ ਹੁਣ ਮੈਂ ਕਰਾਂਗਾ। ਇਹ ਤਾਂ ਕੋਈ ਬਿਲਕੁਲ ਇੱਕ ਗੁੰਮਰਾਹ ਕਰਨ ਦਾ ਉਹਨਾਂ ਦੀ ਇੱਕ ਤਰੀਕਾ ਹੈ ਜੀ। ਬੀਜੇਪੀ ਕਿਸ ਤਰ੍ਹਾਂ ਦੇਖਦੀ ਹੈ ਆਪਣੇ ਹਲਕੇ ਨੂੰ, ਕਿਉਂਕਿ ਤੁਸੀਂ ਬੀਜੇਪੀ ਦੇ ਕੈਂਡੀਡੇਟ ਹੋ, ਮਹਾਗਠਬੰਧਨ ਦੇ ਕੈਂਡੀਡੇਟ ਹੋ, ਤਾਂ ਤੁਸੀਂ ਕੀ ਹੁਣ ਤੱਕ ਹਜੇ ਕੀ ਤੁਸੀਂ ਦੇਖਿਆ ਉਹਦੇ ਹਲਕੇ ਦੀਆਂ ਕੀ ਚਲੋ ਪ੍ਰੋਬਲਮ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਆਪਣੇ ਆਪ ਨੂੰ ਕਿੱਥੇ ਸਟੈਂਡ ਕਰਦੇ ਹੋ? ਕਿਉਂਕਿ ਇੱਕ ਹੋਰ ਹਲਕਾ ਮੰਨ ਰਹੇ ਆ ਲੋਕਾਂ ਦੀ ਨਿਗਾਹ, ਸਾਰੇ ਪੰਜਾਬ ਦੀ ਨਿਗਾਹ ਇਸ ਹਲਕੇ 'ਤੇ ਲੱਗੀ ਹੋਈ ਹੈ, ਸਿਰਫ ਬਿਕਰਮ ਮਜੀਠੀਆ ਔਰ ਨਵਜੋਤ ਸਿੰਘ ਸਿੱਧੂ ਦੀ ਆਪਸੀ ਲੜਾਈ, ਬੀਜੇਪੀ ਕਿੱਥੇ ਸਟੈਂਡ ਕਰਦੀ? ਦੇਖੋ ਜੀ, ਇਸ ਕੰਟੈਸਟ ਦੇ ਵਿੱਚ, ਇਸ ਇਲੈਕਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੀ ਔਰ ਮਜੀਠੀਆ ਜੀ, ਬਿਲਕੁਲ ਉਹਨਾਂ ਦਾ ਕੋਈ ਸਕੋਪ ਨਹੀਂ ਹੈ, ਉਹਨਾਂ ਦਾ ਕੋਈ ਚਾਂਸ ਨਹੀਂ ਹੈ। ਉਹ ਅੱਗੇ ਹੀ ਆਪਣਾ ਗਰਾਊਂਡ ਲੂਜ਼ ਕਰ ਚੁੱਕੇ ਨੇ। ਕੋਈ ਉਹਨਾਂ ਦਾ ਇੱਥੇ ਸਿਰਫ ਮੀਡੀਆ ਨੇ ਇੱਕ ਭਰਮ ਫੈਲਾ ਦਿੱਤਾ ਕਿ ਜੋ ਬਹੁਤ ਵੱਡੀ ਇੱਕ ਫਾਈਟ ਨੇ ਉਹੀ ਫਾਈਟ ਦੇ ਵਿੱਚ ਹੈ, ਪਰ ਉਹ ਫਾਈਟ 'ਚ ਹੈ ਹੀ ਨਹੀਂ। ਕੋਈ ਵੀ ਹਲਕੇ ਦਾ ਵੋਟਰ ਉਹਨਾਂ ਵੱਲ ਨਹੀਂ ਦੇਖ ਰਿਹਾ ਹੈ। ਮੇਰਾ ਇਹੀ ਆਖਣਾ ਵੀ ਡਾਕਟਰ ਜਗਮੋਹਨ ਸਿੰਘ ਰਾਜੂ ਆਪਣੇ ਆਪ ਨੂੰ ਕਿੱਥੇ ਦੇਖਦੇ ਨੇ, ਕਿੰਨੀ ਕੁ ਫਾਈਟ 'ਚ ਦੇਖਦੇ? ਨੋ, ਇਹ ਮੈਂ ਜਵਾਬ ਦੇ ਰਿਹਾ ਜੀ ਕਿ ਕੰਟੈਸਟ ਹੀ ਕੋਈ ਨਹੀਂ ਜੀ, ਕਿ ਇਹ ਜਿਹੜੇ ਸਿੱਧੂ ਸਾਹਿਬ ਨੇ, ਇਹਨਾਂ ਨੂੰ ਇਹਨਾਂ ਦੇ ਆਪਣੇ ਬੌਸ ਨੇ, ਜਿਹੜੇ ਕਿ ਮਿਨਿਸਟਰ ਦਾ ਬੌਸ ਕੌਣ ਹੁੰਦਾ ਹੈ? ਚੀਫ ਮਿਨਿਸਟਰ। ਉਹਨਾਂ ਨੇ ਆਪਣੇ ਮੂੰਹੋਂ ਇਹ ਕਿਹਾ ਕਿ ਇਹ ਬਿਲਕੁਲ ਹੀ ਨਿਕੰਮੇ ਔਰ ਨਿਖਿੱਧ ਨੇ। ਇਹ ਉਹਨਾਂ ਦੇ ਸ਼ਬਦ ਨੇ, ਮੇਰੇ ਸ਼ਬਦ ਨਹੀਂ, ਜਿਹੜਾ ਉਹਨਾਂ ਨੇ ਅਲੇਆਮ ਮੀਡੀਆ 'ਤੇ ਔਨ ਰਿਕਾਰਡ ਕਿਹਾ। ਔਰ ਉਹਨਾਂ ਨੇ ਕਿਹਾ ਕਿ ਇਸ ਕਾਰਨ ਮੈਂ ਇਹਨਾਂ ਨੂੰ ਆਪਣੀ ਮਿਨਿਸਟਰੀ 'ਚੋਂ ਕੱਢਤਾ ਸੀ ਔਰ ਦੁਬਾਰਾ ਇਹਨਾਂ ਨੂੰ ਮਿਨਿਸਟਰ ਨਹੀਂ ਬਣਾਇਆ। ਇਹਨਾਂ ਦੀ ਪਾਰਟੀ ਨੇ ਇਹ ਕਹਿੰਦੇ ਸਨ ਕਿ ਮੈਂ ਮੁੱਖ ਮੰਤਰੀ ਦਾ ਮੇਰਾ ਜਨਮ ਅਧਿਕਾਰ ਹੈ। ਇਹਨਾਂ ਨੇ ਕਿਹਾ ਸੀ ਕਿ ਮੈਂ ਇੱਟ ਨਾਲ ਇੱਟ ਵਜਾ ਦੂੰਗਾ ਜੇ ਮੈਨੂੰ ਕੋਈ ਮਤਲਬ ਘੋੜਾ ਜਿਹੜਾ ਹੈ ਉਹ ਜੰਗ ਦਾ ਘੋੜਾ ਨਹੀਂ ਬਣਾਇਆ ਔਰ ਸਿਰਫ ਨਮਾਇਸ਼ੀ ਘੋੜਾ ਬਣਾਇਆ। ਹਾਂ, ਦਰਸ਼ਨੀ ਘੋੜਾ ਨਹੀਂ ਬਣ। ਅਤੇ ਫਿਰ ਕੀ ਹੋਇਆ ਜੀ? ਇਹਨਾਂ ਦੀ ਆਪਣੇ ਲੀਡਰਸ਼ਿਪ ਨੇ ਕਿਹਾ ਵੀ ਤੂੰ ਤਾਂ ਫਿੱਟ ਨਹੀਂ ਹੈ ਸੀਐਮ ਦੇ, ਅਤੇ ਨਾ ਮਿਨਿਸਟਰ ਦੇ ਫਿੱਟ ਨੇ ਜੋ ਉਹਨਾਂ ਦੇ ਮੁੱਖ ਮੰਤਰੀ ਨੇ ਕਿਹਾ, ਨਾ ਉਹ ਸੀਐਮ ਦੇ ਫਿੱਟ ਨੇ ਜਿਹੜਾ ਕਿ ਇਹਨਾਂ ਦੇ ਹਾਈ ਕਮਾਂਡ ਨੇ ਕਿਹਾ, ਔਰ ਲੋਕੀ ਵੀ ਇਹਨਾਂ ਨੂੰ ਮੰਨਦੇ ਨੇ ਕਿ ਐਮਐਲਏ ਦੇ ਵੀ ਫਿੱਟ ਨਹੀਂ ਹੈ ਜੀ। ਪਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਹੋ, ਪਰ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਕਰਕੇ ਹੀ ਸੀਐਮਸ਼ਿਪ ਛੱਡਣੀ ਪਈ ਆਪਣੀ। ਸਵਾਲ ਇਹ ਨਹੀਂ ਜੀ ਕਿਹਨੂੰ ਕੀ ਕਰਨਾ ਪਿਆ, ਮੈਂ ਤਾਂ ਇਹ ਕਹਿਣਾ ਹੈ ਕਿ ਜੀ ਕਿਹਦੀ ਕੀ ਰਿਪੋਰਟ ਹੈ। ਬਈ ਆਪਾਂ ਨੂੰ ਇੱਕ ਸਿਸਟਮ 'ਚ ਰਹਿੰਦੇ ਹਾਂ, ਜਿੱਦਾਂ ਮੈਂ ਇੱਕ ਸਿਸਟਮ ਸੀਗਾ, ਇੱਕ ਅਫਸਰ ਸੀਗਾ, ਹਰ ਸਾਲ ਮੇਰੀ ਇੱਕ ਰਿਪੋਰਟ ਲਿਖੀ ਜਾਂਦੀ ਹੈ ਔਰ ਉਹ 3 ਅਫਸਰ ਲਿਖਦੇ ਨੇ ਅਲੱਗ-ਅਲੱਗ, ਅਤੇ 37 ਸਾਲ ਮੇਰੀ ਇੱਕ ਕਰਕੇ 37 ਰਿਪੋਰਟਾਂ ਲਿਖੀਆਂ ਗਈਆਂ। ਸਾਰੀਆਂ ਦੀਆਂ ਸਾਰੀਆਂ ਰਿਪੋਰਟਾਂ ਆਊਟਸਟੈਂਡਿੰਗ, ਕਿਸੇ ਨੇ ਨਹੀਂ ਕਿਹਾ ਇਹ ਨਿਕੰਮਾ ਹੈ, ਸਾਰਿਆਂ ਨੇ ਕਿਹਾ ਇਹ ਕਿ ਸਭ ਤੋਂ ਵਧੀਆ ਅਫਸਰ ਹੈ। ਪਰ ਉਹਨਾਂ ਦੇ ਆਪਣੇ ਹੀ ਬੌਸ ਨੇ ਕਿਹਾ ਕਿ ਜੀ ਨਹੀਂ, ਇਹ ਬਿਲਕੁਲ ਕੰਮ ਕਰਨ ਦੇ ਯੋਗ ਨਹੀਂ ਨੇ। ਠੀਕ ਹੈ ਜੀ। ਦੂਜਾ ਦਾ ਤੁਹਾਡਾ ਕੰਟੈਸਟ ਹੈ ਮਜੀਠੀਆ ਜੀ ਦਾ। ਮੈਂ ਇਹ ਕਹਿਣਾ ਹੈ ਜੀ, ਮਜੀਠੀਆ ਜੀ ਨੂੰ ਕੀ ਇਹ ਹੱਕ ਹੈ ਕਿ ਆਪਣੇ ਉੱਤੇ ਏਡੀ ਵੱਡੀ FIR ਲੱਗਣ ਦੇ ਬਾਵਜੂਦ ਅੰਮ੍ਰਿਤਸਰ ਦੀ ਪਵਿੱਤਰ ਭੂਮੀ ਦੇ ਉੱਤੇ ਗੁਰੂ ਰਾਮਦਾਸ ਜੀ ਸੰਗਤ ਨੂੰ ਜਾ ਕੇ ਕਹਿਣ ਕਿ ਮੇਰੇ ਉੱਤੇ FIR ਲੱਗੀ ਹੈ ਨਸ਼ੇ ਨੂੰ ਇਹਦੀ ਤਸਕਰੀ ਕਰਨ ਦੀ, ਪਰ ਮੈਨੂੰ ਵੋਟ ਦੇ ਕੇ ਇਹਨੂੰ MLA ਬਣਾਓ। ਇਹ ਤਾਂ ਬਿਲਕੁਲ ਗੇਮ ਵਿੱਚ ਹੈ ਹੀ ਨਹੀਂ ਦੋਨੋਂ ਕੈਂਡੀਡੇਟਸ ਜੀ। ਸੈਕਿੰਡ ਲਾਰਜੈਸਟ ਵਿਨ ਸੀਗੀ ਨਵਜੋਤ ਸਿੰਘ ਸਿੱਧੂ ਦੀ ਇਸ ਹਲਕੇ ਤੋਂ 43,000 ਵੋਟਾਂ ਤੋਂ ਜਿੱਤੇ ਸੀਗੇ, ਔਰ ਇਸ ਵਾਰ ਵੀ ਉਹ ਇਹੀ ਆਖ ਰਹੇ ਵੀ ਵੱਡੀ ਲੀਡ ਤੋਂ ਜਿੱਤਾਂਗੇ। ਤੁਸੀਂ ਕਹਿ ਰਹੇ ਹੋ ਬਈ ਉਹ ਕਿਤੇ ਵੀ ਕੰਟੈਸਟ ਨਹੀਂ ਹੈ। ਦੇਖੋ ਜੀ, ਜਦੋਂ ਕੋਈ ਵੀ ਇੱਕ ਵੱਡੀ ਵਿਨ ਕਰ ਲਏ ਤੇ ਤੁਹਾਨੂੰ ਪਤਾ ਹੈ ਵੀ ਕਈ ਲੋਕੀ ਜੇਲ੍ਹ 'ਚੋਂ ਰਹਿ ਕੇ ਵੀ, ਜਿਨ੍ਹਾਂ 'ਤੇ ਵੱਡੇ ਵੱਡੇ ਐਲੀਗੇਸ਼ਨ ਲੱਗੇ ਹੁੰਦੇ ਆ, ਕ੍ਰਿਮੀਨਲ ਹੁੰਦੇ ਆ, ਉਹ ਵੀ ਕਈ ਵਾਰੀ ਜੇਲ੍ਹ 'ਚ ਬੈਠ ਕੇ ਵੀ ਜਿੱਤ ਪ੍ਰਾਪਤ ਕਰ ਲੈਂਦੇ ਨੇ। ਪਰ ਉਹ ਇੱਕ ਭੁਲੇਖਾ ਹੈ। ਇਸ ਵਾਰ ਉਹਨਾਂ ਨੂੰ, ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਉਹਨਾਂ ਨੂੰ ਕੋਈ ਵੋਟ ਆਪਣੇ ਇਸ ਹਲਕੇ 'ਚ ਪੈਣ ਵਾਲੀ ਹੈ ਜੀ। ਡਾਕਟਰ ਜਗਮੋਹਨ ਸਿੰਘ ਰਾਜੂ ਦੀ ਗੱਲ ਕਰਦੇ ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਕਿੰਨਾ ਦਾਅਵਾ ਕਰਦੇ ਹੋ? ਤੁਸੀਂ ਇੱਥੋਂ ਜੇ ਜਿੱਤ ਕਰਦੇ ਹੋ ਤਾਂ ਕਿੰਨੀ ਲੀਡ ਹੋਏਗੀ? ਦੇਖੋ ਜੀ,
ਮੇਰੀ ਜਿਹੜੀ ਜਿੱਤ ਹੈ ਇਹ ਆਪਣੇ ਹਲਕੇ ਦੇ ਵੋਟਰਾਂ ਦਾ ਸਨੇਹ ਮੈਨੂੰ ਮਿਲ ਰਿਹਾ, ਔਰ ਜਿਸ ਤਰ੍ਹਾਂ ਦਾ ਸਨੇਹ ਔਰ ਪਿਆਰ ਮੈਨੂੰ ਮਿਲ ਰਿਹਾ, ਜਿੱਦਾਂ ਉਹ ਆਪਣੇ ਬੂਹੇ ਖੋਲ੍ਹ ਕੇ ਮੈਨੂੰ ਮਿਲਦੇ ਨੇ, ਜਿੱਦਾਂ ਆਪਣੇ ਬੱਚਿਆਂ ਨੂੰ ਬੁਲਾ ਕੇ ਕੁੜੀਆਂ ਨੂੰ ਮੁੰਡਿਆਂ ਨੂੰ ਮਿਲਾਉਂਦੇ ਨੇ ਔਰ ਕਹਿੰਦੇ ਨੇ ਵੀ ਇੱਦਾਂ ਦਾ ਤੂੰ IAS IPS ਅਫਸਰ ਇੱਕ ਵਾਰੀ ਬਣਨਾ ਹੈ। ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵੱਡਾ ਮੈਸੇਜ ਜਾਏਗਾ ਇਸ ਸੀਟ ਤੋਂ ਸਾਰੇ ਪੰਜਾਬ ਲਈ ਕਿ ਜੀ ਜਿਹੜਾ ਕੰਮ ਨਹੀਂ ਕਰੇਗਾ ਔਰ ਜਿਹੜਾ ਪੰਜਾਬ ਦੇ ਫਿਊਚਰ ਲਈ ਖਤਰਾ ਹੈ, ਨੈਸ਼ਨਲ ਸਿਕਿਉਰਿਟੀ ਲਈ ਖਤਰਾ ਹੈ, ਉਹ ਇਸ ਹਲਕਿਆਂ ਤੋਂ ਬਿਲਕੁਲ ਰਿਜੈਕਟ ਹੋ ਕੇ ਔਰ ਪੋਲਿਟਿਕਸ ਦੇ ਵਿੱਚੋਂ ਮੈਨੂੰ ਤਾਂ ਲੱਗਦਾ ਰਿਟਾਇਰਮੈਂਟ ਲੈਣੀ ਪੈਣੀ ਉਹਨਾਂ ਨੂੰ। ਸਿਕਿਉਰਿਟੀ ਦੀ ਗੱਲ ਕੀਤੀ, ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਸ਼ਾਇਦ ਚਿੱਠੀ ਲਿਖੀ ਸੀਗੀ ਬਈ ਇੱਥੇ ਗੁੰਡਾਗਰਦੀ ਹੋ ਸਕਦੀ ਹੈ, ਤੁਹਾਡੇ ਪਰਿਵਾਰ ਨਾਲ ਵੀ ਇੱਥੇ ਖਿੱਚਤਾਨ ਹੋਈ ਹੈ, ਉਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਇਹ ਇੱਕ ਐਫਰਟ ਹੈ ਕਿ ਪਹਿਲਾਂ ਤਾਂ ਜਿਹੜਾ ਮਜੀਠੀਆ ਪਿੰਡ ਹੈ ਜਾਂ ਕੌਂਸਟੀਟੂਐਂਸੀ ਹੈ ਜਾਂ ਸ਼ਹਿਰ ਹੈ, ਉਹ ਅੰਮ੍ਰਿਤਸਰ ਤੋਂ ਕੁਝ 25-30 ਕਿਲੋਮੀਟਰ ਦੂਰ ਹੈ ਜੀ। ਪਰ ਹੁਣ ਇਹ ਇੱਕ ਨਵੀਂ ਕੋਸ਼ਿਸ਼ ਹੈ ਕਿ ਬਈ ਇਸ ਹਲਕੇ ਤੋਂ ਜਿੱਤ ਕੇ ਅੰਮ੍ਰਿਤਸਰ ਨੂੰ ਗੁੰਡਾਗਰਦੀ ਦਾ ਰਾਜਧਾਨੀ ਬਣਾਉਣੀ ਹੈ, ਮਾਫੀਆ ਦੀ ਡੈਨ ਬਣਾਉਣੀ ਹੈ, ਨਸ਼ੇ ਦੀ ਇੱਥੋਂ ਤਸਕਰੀ ਕਰਵਾਉਣੀ ਹੈ। ਇਸ ਲਈ ਮੇਰਾ ਇਹ ਇੱਕ ਵਚਨ ਔਰ ਪ੍ਰਣ ਹੈ ਕਿ ਵੀ ਮੈਂ ਇਹ ਹੋਣ ਨਹੀਂ ਦੇਣੀ। ਜਿੱਤ ਹਾਰ ਆਪਣੀ ਜਗ੍ਹਾ ਹੈ, ਪਰ ਨਾ ਅੰਮ੍ਰਿਤਸਰ ਨੂੰ ਅਸੀਂ ਗੁੰਡਾਗਰਦੀ ਦੀ ਡੈਨ ਬਣਨ ਦੇਣਾ ਅਤੇ ਨਾ ਅਸੀਂ ਇਸ ਨੂੰ ਡਰੱਗਸ ਔਰ ਚਿੱਟੇ ਦੀ ਕਿਸੇ ਤਰ੍ਹਾਂ ਦਾ ਮਾਫੀਆ ਇੱਥੇ ਚੱਲਣ ਦੇਣਾ ਹੈ ਜੀ। ਬਾਕੀ ਜੋ ਸਾਡੇ ਪਰਿਵਾਰ 'ਤੇ ਹਮਲਾ ਹੋਇਆ, ਉਹ ਇੰਨਾ ਮੈਨੂੰ ਚਿੰਤਾ ਨਹੀਂ ਦਿੰਦਾ ਜਿੰਨਾ ਕਿ ਇਹ ਗੱਲ ਚਿੰਤਾ ਦਿੰਦੀ ਹੈ ਕਿ ਇੱਕ ਵੱਡੇ ਅਫਸਰ ਦੀ ਫੈਮਿਲੀ ਨੂੰ ਔਰ ਉਹਦੀ ਵਾਈਫ ਜੋ ਖੁਦ ਬਹੁਤ ਵੱਡੀ ਅਫਸਰ ਹੈ, ਜੇ ਉਹਦੇ 'ਤੇ ਸਾਡੇ ਜਿਹੜੇ ਵਿਰੋਧੀ ਨੇ ਉਹ ਹਮਲਾ ਕਰਵਾ ਸਕਦੇ ਹੈ, ਅਤੇ ਇੱਕ ਆਮ ਆਦਮੀ, ਇੱਕ ਆਮ ਧੀ ਭੈਣ ਮਾਂ ਦਾ ਕੀ ਸਿਕਿਉਰਿਟੀ ਹੈ ਇਸ ਸ਼ਹਿਰ ਦੇ। ਡਿਨਾਈ ਕੀਤਾ ਸੀਗਾ ਬਿਕਰਮ ਸਿੰਘ ਮਜੀਠੀਆ ਨੇ, ਡਿਨਾਈ ਕੀਤਾ ਸੀ ਵੀ ਉਹਨਾਂ ਨੇ ਇਹ ਹਮਲਾ ਨਹੀਂ ਕਰਵਾਇਆ। ਦੇਖੋ ਜੀ, ਜਦੋਂ ਹਮਲਾ ਹੋਇਆ ਉਹ ਇੱਕ ਨਸ਼ਈ ਸੀ ਔਰ ਉਸ ਨਸ਼ਈ ਨੇ ਆਪਣਾ ਇਹ ਸਭ ਦੇ ਸਾਹਮਣੇ ਕਿਹਾ ਸੀ, ਜੋ ਕਿਉਂਕਿ ਉੱਥੇ ਇੱਕ ਪੁਲਿਸ ਅਧਿਕਾਰੀ ਸੀ, ਉਹਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਉਹਨੇ ਕਿਹਾ ਮੈਨੂੰ ਹੱਥ ਨਾ ਲਾਈ, ਤੈਨੂੰ ਪਤਾ ਨਹੀਂ ਮੈਂ ਕਿਹਦਾ ਬੰਦਾ ਹੈ। ਠੀਕ ਹੈ ਜੀ, ਨਸ਼ਈ ਕਿਹਦੇ ਬੰਦੇ ਨੇ ਇਹ ਸਾਰੀ ਦੁਨੀਆ ਜਾਣਦੀ ਹੈ। ਔਰ ਦੂਜਾ, ਪੁਲਿਸ ਵਾਲੇ ਨੇ ਵੀ ਇਹ ਕਿਹਾ ਕਿ ਭੈਣ ਜੀ ਇਹ ਇੱਦਾਂ ਨਹੀਂ ਨਸ਼ਈ ਅਟੈਕ ਕਰਦੇ, ਇਹ ਕਿਸੇ ਨੇ ਇਹਨਾਂ ਨੂੰ ਕਹਿ ਕੇ ਕਰਵਾਇਆ ਹੈ। ਤੋ ਕਲੀਅਰ ਮੈਸੇਜ ਸੀ ਜੀ ਕਿ ਵੀ ਨਸ਼ਈ ਕਿਹਦੇ ਹੁੰਦੇ ਨੇ ਔਰ ਅਟੈਕ ਕਿਹਨੇ ਕਰਵਾਇਆ ਸੀ ਜੀ। ਪੰਜਾਬ ਦੀ ਗੱਲ ਕਰਦੇ ਪ੍ਰਧਾਨ ਮੰਤਰੀ ਵੀ, ਅਸੀਂ ਤਾਂ FIR ਉਹਦੇ 'ਤੇ ਦਰਜ ਕਰਵਾਈ ਹੈ, ਆਪੇ ਪੁਲਿਸ ਹੁਣ ਇਨਵੈਸਟੀਗੇਸ਼ਨ ਕਰੇਗੀ ਅਤੇ ਕਿਸ ਸਿੱਟੇ 'ਤੇ ਪਹੁੰਚਦੀ ਆ। ਕਿਆ ਸਮਝਦੇ ਹੋ ਜਿਹੜਾ ਵੀ ਕਿਸਾਨੀ ਦੌਰ ਚੱਲਿਆ, ਕਿਸਾਨੀ ਅੰਦੋਲਨ ਚੱਲਿਆ ਇੱਕ ਸਾਲ, ਉਹਦੇ ਵਿੱਚ 700 ਤੋਂ ਜ਼ਿਆਦਾ ਡੈਥਸ ਵੀ ਹੋਈਆਂ ਨੇ, ਕਿਆ ਉਹਦਾ ਡੈਮੇਜ ਜਿਹੜਾ BJP ਕੰਟਰੋਲ ਕਰ ਪਾਏਗੀ ਇਹਨਾਂ ਇਲੈਕਸ਼ਨਸ 'ਚ? ਉਹ ਜਿਹੜਾ ਇੱਕ ਚੈਪਟਰ ਹੈ ਜੀ, ਉਹ ਪ੍ਰਧਾਨ ਮੰਤਰੀ ਜੀ ਨੇ ਕਾਨੂੰਨ ਵਾਪਸ ਲੈ ਕੇ ਔਰ ਮਾਫੀ ਮੰਗ ਕੇ ਆਪਣਾ ਕਲੋਜ਼ ਕਰਤਾ ਹੈ ਜੀ। ਉਸ ਤੋਂ ਉੱਤੇ ਹੁਣ 35% ਪੰਜਾਬ 'ਚ ਦਲਿਤ ਨੇ, ਬਹੁਤ ਵੱਡੀ ਸੰਖਿਆ ਗਰੀਬ ਨੇ, 50% ਬੀਬੀਆਂ ਮਹਿਲਾਵਾਂ ਨੇ, ਯੂਥ ਹੈ ਜੀ, ਜਵਾਨ ਨੇ, ਐਗਰੀਕਲਚਰ ਲੇਬਰਰਸ ਨੇ, ਵਰਕਰਸ ਨੇ, ਕਿਉਂਕਿ ਇੰਡਸਟਰੀਆਂ ਬੰਦ ਹੋਈਆਂ ਪਈਆਂ, ਵਰਕਰਸ ਨੇ। ਇਸ ਤਰੀਕੇ ਨਾਲ ਬੜੇ ਵੱਡੇ ਸੈਗਮੈਂਟ ਨੇ ਸੋਸਾਇਟੀ ਦੇ ਜਿਹੜੇ ਇਹ ਹੁਣ ਚਾਹੁੰਦੇ ਨੇ ਕਿ ਜੀ ਵਿਕਾਸ ਹੁਣ ਆਵੇ, ਉਹਨਾਂ ਦੀ ਅੱਗੇ ਦਾ ਫਿਊਚਰ ਸੁਧਰੇ, ਉਹਨਾਂ ਨੂੰ ਅੱਛੀ ਪੜ੍ਹਾਈ ਹੋਏ, ਨੌਕਰੀਆਂ ਲੱਗਣ, ਇੰਡਸਟਰੀਆਂ ਦੁਬਾਰਾ ਤੋਂ ਖੁੱਲ੍ਹਣ ਔਰ ਪੰਜਾਬ ਦੀ ਜਿਹੜੀ ਸ਼ਾਨ ਹੈ ਉਹ ਦੁਬਾਰਾ ਬਹਾਲ ਹੋਏ। ਔਰ ਉਹ ਮੋਦੀ ਸਾਹਿਬ ਦੇ ਵੱਲ ਹੀ ਦੇਖ ਰਹੇ ਨੇ ਕਿ ਜਦੋਂ ਇਹ ਡਬਲ ਇੰਜਨ ਦੀ ਸਰਕਾਰ ਇੱਥੇ ਆਏਗੀ ਪੰਜਾਬ ਦੇ ਵਿੱਚ ਅਤੇ ਦਿੱਲੀ ਦੇ ਵਿੱਚ, ਦੋਨੋਂ ਜਗ੍ਹਾ BJP ਦੀ ਸਰਕਾਰ ਆਏਗੀ, ਉਦੋਂ ਹੀ ਇਸ ਸਟੇਟ ਦਾ ਔਰ ਸਾਰਿਆਂ ਦਾ ਮਿਲ ਕੇ, ਜਿਹਨੂੰ ਕਹਿੰਦੇ ਨੇ ਜੀ ਸਭ ਕਾ ਸਾਥ ਅਤੇ ਸਭ ਕਾ ਵਿਕਾਸ ਹੋਏਗਾ। ਪਰ ਤੁਸੀਂ ਇਹ ਦੇਖਿਆ ਹੋਣਾ ਪੰਜਾਬ ਦਾ ਅੱਜ ਤੱਕ ਦਾ 70 ਸਾਲ ਦਾ ਦੇਖ ਲਓ, ਤੁਸੀਂ ਇਤਿਹਾਸ ਦੇਖ ਲਓ, ਕਦੀ ਵੀ SC ਨੂੰ CM ਨਹੀਂ ਬਣਾਇਆ ਗਿਆ, ਜਦ ਕਿ ਕਾਂਗਰਸ ਨੇ ਇਹ ਮਿੱਥ ਤੋੜ ਦਿੱਤਾ, ਚਰਨਜੀਤ ਸਿੰਘ ਚੰਨੀ ਨੂੰ CM ਬਣਾਤਾ, ਹੁਣ ਪ੍ਰੈਜ਼ੈਂਟ ਵੀ ਕਰਤਾ CM ਫੇਸ। ਕਿਆ ਸਮਝਦੇ ਹੋ ਕਾਂਗਰਸ ਇਹਦਾ ਬੈਨੀਫਿਟ ਲੈ ਸਕਦੀ? ਦੇਖੋ, ਚੰਨੀ ਸਾਹਿਬ ਦਲਿਤ ਜ਼ਰੂਰ ਹਨ,
ਪਰ ਉਹ ਦਲਿਤ ਉਹ ਇੰਨਾ ਹਿੰਮਤ ਨਹੀਂ ਰੱਖਦੇ ਕਿ ਦਲਿਤਾਂ ਦੀ ਸਪੋਰਟ ਕਰ ਸਕਣ ਔਰ ਉਹਨਾਂ ਦੇ ਪਿੱਛੇ ਚਟਾਨ ਦੀ ਤਰ੍ਹਾਂ ਖੜੇ ਹੋ ਜਾਣ। ਨਵਜੋਤ ਸਿੰਘ ਸਿੱਧੂ ਤਾਂ ਆਪ ਜੀ ਨੂੰ ਪਤਾ ਹੈ ਕਿ ਬਿਲਕੁਲ ਦਲਿਤ ਵਿਰੋਧੀ ਹੈ ਔਰ ਇੱਕ ਡਾਇਰੈਕਟਰ ਜਨਰਲ ਪੁਲਿਸ ਦਲਿਤ ਸੀ ਜਿਹਨੂੰ ਚੰਨੀ ਸਰਕਾਰ ਨੇ ਬਣਾਇਆ, ਤੇ ਸਿੱਧੂ ਸਾਹਿਬ ਉਹਦੇ ਮਗਰ ਪੈ ਗਏ ਵੀ ਇਹਨੂੰ ਹਟਾ ਕੇ ਛੱਡਾਂਗਾ, ਇੱਕ ਮੁੱਦਾ ਬਣਾਤਾ। ਤੇ ਚੰਨੀ ਸਾਹਿਬ ਹਾਲਾਂਕਿ ਦਲਿਤ ਨੇ ਪਰ ਉਹ ਆਪਣੇ ਦਲਿਤ ਡੀਜੀਪੀ ਦੇ ਨਾਲ ਖੜ ਨਹੀਂ ਸਕੇ ਔਰ ਉਹਨਾਂ ਨੂੰ ਇਹ ਸਿੱਧੂ ਸਾਹਿਬ ਦੀ ਗੱਲ ਜਿਹੜੀ ਗਲਤ ਸੀ ਉਹ ਮੰਨਣੀ ਪਈ। ਸੋ ਮੈਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਕੋਈ ਦਲਿਤਾਂ ਦੇ ਨਾਲ ਖੜੇ ਹੋਣ ਵਾਲੇ ਨਹੀਂ ਹੈ ਜੀ। ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਇਹੀ ਬਿਆਨ ਕਰ ਰਹੇ ਨੇ ਵੀ ਇਸ ਵਾਰ ਸਰਕਾਰ ਉਹਨਾਂ ਦੀ ਬਣਨ ਜਾ ਰਹੀ ਹੈ, ਬਾਕੀ ਜਿੰਨੇ ਵੀ ਪਾਰਟੀਆਂ ਨੇ ਭਾਵੇਂ ਉਹ ਕਾਂਗਰਸ ਆ, ਅਕਾਲੀ ਦਲ ਆ, ਬੀਜੇਪੀ ਗਠਬੰਧਨ ਆ, ਉਹ ਦੂਸਰੇ ਤੀਸਰੇ ਚੌਥੇ ਨੰਬਰ ਤੇ ਫਾਈਟ ਕਰ ਰਹੇ। ਉਹ 5 ਸਾਲ ਪਹਿਲਾਂ ਵੀ ਇਹੀ ਕਹਿੰਦੇ ਸੀ ਜੀ, ਕਿੰਨੀਆਂ ਸੀਟਾਂ ਆਈਆਂ ਫਿਰ ਉਦੋਂ ਕਹਿੰਦੇ ਸੀ ਸਾਡੀਆਂ ਤਾਂ 80 90 ਆਣਗੀਆਂ, ਪਿਛਲੇ ਜਦੋਂ 2017 ਦੀ ਸੀ ਕਿੰਨੀਆਂ ਆਈਆਂ ਫਿਰ ਜੀ। ਹਾਂ ਤਾਂ ਉਹੀ ਗੱਲ, ਉਹ ਫੜੀਆਂ ਬਹੁਤ ਮਾਰਦੇ ਨੇ ਜੀ ਪਰ ਇਹਦੇ 'ਚ ਸੱਤ ਕੁਛ ਨਹੀਂ ਹੁੰਦਾ, ਟਰੂਥ ਕੁਛ ਨਹੀਂ ਹੁੰਦਾ। ਤਾਂ ਇਹ ਐਵੇਂ ਹਵਾਬਾਜੀ ਕਰ ਰਹੇ ਨੇ ਜੀ। ਕੁਛ ਸਰਕਾਰ ਉਹਨਾਂ ਦੀ ਆਉਣੀ ਨਹੀਂ, ਮੈਨੂੰ ਤਾਂ ਲੱਗਦਾ ਵੀ ਪਿਛਲੀ ਵਾਰੀ ਜਿੰਨੀਆਂ ਆਈਆਂ ਉਨੀਆਂ ਹੀ ਆ ਜਾਣ ਤਾਂ ਮੈਨੂੰ ਬੜਾ ਆਸ਼ਚर्य ਹੋਵੇਗਾ। ਅੱਛਾ, ਕੁਮਾਰ ਵਿਸ਼ਵਾਸ ਇੱਕ ਬੜਾ ਵੱਡਾ ਨਾਮੀ ਚਿਹਰਾ ਨੇ, ਕਵੀ ਵੀ ਨੇ ਔਰ ਕਿਸੇ ਟਾਈਮ ਤੇ ਆਮ ਆਦਮੀ ਪਾਰਟੀ ਦੇ ਨਾਲ ਵੀ ਰਹੇ ਨੇ। ਉਹਨਾਂ ਦਾ ਅੱਜ ਇੱਕ ਬਿਆਨ ਆਉਂਦਾ ਵੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਕਿ ਉਹ ਪੰਜਾਬ ਸਟੇਟ ਨੂੰ ਇੱਕ ਵੱਖਰਾ ਸਟੇਟ ਵੇਖਣਾ ਚਾਹੁੰਦੇ ਨੇ ਔਰ ਉਸ ਦਾ ਇੱਕ ਸੀਐਮ ਨਹੀਂ ਪੀਐਮ ਬਣਨਾ ਚਾਹੁੰਦੇ ਆ ਆਪਣੇ ਆਪ 'ਚ। ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਕੁਮਾਰ ਵਿਸ਼ਵਾਸ ਜੀ ਇਹਨਾਂ ਦੇ ਬਹੁਤ ਪਹਿਲਾਂ ਕਲੋਜ਼ ਨੇ ਰਹੇ ਨੇ, ਤੇ ਮੈਨੂੰ ਤਾਂ ਲੱਗਦਾ ਉਹ ਵਿਭੀਸ਼ਣ ਨੇ, ਸਾਰੀਆਂ ਗੱਲਾਂ ਅੰਦਰ ਦੀਆਂ ਇਹਨਾਂ ਦੀ ਜਾਣਦੇ ਨੇ ਔਰ ਸੱਚ ਜਾ ਕੇ ਬਾਹਰ ਬਿਆਨ ਕਰ ਰਹੇ ਨੇ। ਤੇ ਵਿਭੀਸ਼ਣ ਨੇ ਜੋ ਸੱਚ ਬੋਲਿਆ ਸੀ ਉਸ ਤਰ੍ਹਾਂ ਇਹ ਵੀ ਸੱਚ ਹੀ ਬੋਲ ਰਹੇ ਹੋਣਗੇ ਜੀ। ਵਿਭੀਸ਼ਣ ਨੇ ਤਾਂ ਰਾਵਣ ਦੀ ਲੰਕਾ ਢਹਾ ਦਿੱਤੀ ਸੀਗੀ, ਕਿਆ ਇਹ ਵੀ ਸਮਝਦੇ ਹੋ ਵੀ ਪੰਜਾਬ ਅੰਦਰ ਜਿਹੜੀ ਲੰਕਾ ਤਿਆਰ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਵੀ ਢਹੇਗੀ? ਜੇ ਇੱਦਾਂ ਦੀਆਂ ਗੱਲਾਂ ਹੋ ਰਹੀਆਂ ਕਿ ਵੀ ਅਸੀਂ ਪੰਜਾਬ ਜਦੋਂ ਇੰਡੀਪੈਂਡੈਂਟ ਹੋ ਜਾਏਗਾ ਉਹਦਾ ਪ੍ਰਾਈਮ ਮਿਨਿਸਟਰ ਬਣਾਂਗੇ, ਤੇ ਇਹ ਤਾਂ ਢਾਣਾ ਹੈ ਹੀ ਹੈ ਜੀ। ਫਿਰ ਇਹਦੇ 'ਚ ਕੋਈ ਸ਼ੱਕ ਸ਼ੁਬਾ ਹੋਣਾ ਨਹੀਂ ਚਾਹੀਦਾ ਜੀ। ਜਮੋਨ ਜੀ, ਕਿਸ ਤਰ੍ਹਾਂ ਦਾ ਦੇਖ ਲਿਆ ਜੀ ਤੁਹਾਡੀ ਜਿਹੜੀ ਪੂਰਬੀ ਹਲਕੇ ਵਿੱਚ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ, ਔਰ ਸਾਡੇ ਚੈਨਲ ਦੇ ਮਾਧਿਅਮ ਨਾਲ ਅਸੀਂ ਹੁਣ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ 2 ਜਾਂ 3 ਦਿਨ ਦਾ ਸਮਾਂ ਸਾਰਾ ਬਚਿਆ? ਇੱਥੇ 2 ਦਿਨ ਪਹਿਲਾਂ ਮਾਨਯੋਗ ਅਮਿਤ ਸ਼ਾਹ ਜੀ ਆਏ ਸਨ ਔਰ ਉਹਨਾਂ ਨੇ ਅਲਾਲਾਨ ਇਹ ਡਿਕਲੇਅਰ ਕੀਤਾ ਸੀ ਕਿ ਜੀ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ। ਉਹਨਾਂ ਨੇ ਕਿਹਾ ਸੀ ਪ੍ਰਣ ਲਾਂਗੇ ਔਰ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ। ਉਹਨਾਂ ਨੇ ਇਹ ਵੀ ਵੱਡੀ ਰੈਲੀ 'ਚ ਕਿਹਾ ਸੀ ਕਿ ਜਗਮੋਹਨ ਸਿੰਘ ਰਾਜੂ ਜੇ ਇਸ ਹਲਕੇ ਤੋਂ ਅੰਮ੍ਰਿਤਸਰ ਪੂਰਬੀ ਤੋਂ ਜਿੱਤਦਾ ਹੈ ਤੇ ਪੰਜਾਬ ਵੀ ਪੂਰਾ ਨਸ਼ਾ ਮੁਕਤ ਹੋ ਜਾਏਗਾ। ਉਹਨਾਂ ਦਾ ਨਿਸ਼ਾਨਾ ਸੀ ਮਜੀਠੀਆ ਵੱਲ ਔਰ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇੱਕ ਹੋਰ ਵੱਡੀ ਵਿਕਟ ਵੀ ਗਿਰੇਗੀ, ਉਹਦਾ ਨਿਸ਼ਾਨਾ ਸੀ। ਤੋ ਮੈਂ ਤੁਹਾਡੇ ਮਾਧਿਅਮ ਤੋਂ ਇਹੀ ਕਹਿ ਰਿਹਾ ਕਿ ਸਭ ਤੋਂ ਵੱਡਾ ਸਾਨੂੰ ਫਿਕਰ ਵਾਲਾ ਕੰਮ ਜਿਹੜਾ ਹੈ ਉਹ ਹੈ ਨਸ਼ਾ ਮੁਕਤ ਕਰਾਉਣਾ, ਕਿਉਂਕਿ ਸਾਰੇ ਰੋ ਰਹੇ ਨੇ ਜੀ, ਮਾਵਾਂ ਕਲਪ ਰਹੀਆਂ ਨੇ, ਭੈਣਾਂ ਰੋਂਦੀਆਂ ਨੇ ਕਿ ਸਾਡੇ ਜਵਾਨ ਭਰਾਵਾਂ ਨੂੰ, ਬੱਚਿਆਂ ਨੂੰ ਇਹਨੇ ਨਸ਼ੇ ਨੇ ਬਰਬਾਦ ਕਰਤਾ ਹੈ। ਅਤੇ ਸਭ ਤੋਂ ਪਹਿਲਾਂ ਕੰਮ ਤਾਂ ਇਹ ਹੈ ਜੀ ਕਿ 100 ਦਿਨ ਆਪਾਂ ਨੂੰ ਜੇ ਮਿਲ ਜਾਣ ਅਤੇ ਇਹ ਨਸ਼ਾ ਮੁਕਤ ਕਰਵਾਉਣਾ ਹੈ। ਉਸ ਤੋਂ ਬਾਅਦ ਜਿੰਨੀਆਂ ਸਕੀਮਾਂ ਭਾਰਤ ਸਰਕਾਰ ਦੀਆਂ ਹਨ ਔਰ ਪੰਜਾਬ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਨੇ ਇੱਥੇ ਇਸ ਹਲਕੇ 'ਚ ਉਹਨਾਂ ਦਾ ਇੰਪਲੀਮੈਂਟੇਸ਼ਨ ਨਹੀਂ ਹੋਣ ਦਿੱਤਾ, ਉਹ ਬਿਲਕੁਲ ਆਪਾਂ 6 ਮਹੀਨੇ ਦੇ ਵਿੱਚ ਹੀ ਉਹਨਾਂ ਨੂੰ ਇੰਪਲੀਮੈਂਟ ਕਰਵਾਉਣੀਆਂ ਹੈ। ਇਹ ਮੇਰਾ ਇੱਕ 6 ਮਹੀਨੇ ਦਾ ਵਿਚਾਰ ਹੈ। ਸਾਡੇ ਚੈਨਲ ਨਾਲ ਗੱਲਬਾਤ ਕਰਨ ਵਾਸਤੇ ਧੰਨਵਾਦ। ਬਹੁਤ ਬਹੁਤ ਧੰਨਵਾਦ। ਮੈਨੂੰ ਯਕੀਨ ਹੈ ਕਿ ਤੁਸੀਂ ਸਾਨੂੰ ਹੋਰ ਮੌਕਾ ਵੀ ਦਿੰਦੇ ਰਹੋਗੇ ਆਪਣੇ ਵੋਟਰਾਂ ਦੇ ਨਾਲ, ਤੁਹਾਡੇ ਆਡੀਅנס ਨਾਲ ਗੱਲ ਕਰਨ ਦਾ। ਤੇ ਇਹ ਸਨ ਡਾਕਟਰ ਜਗਮੋਹਨ ਸਿੰਘ ਰਾਜੂ ਜਿਹੜੇ ਕਿ ਬੀਜੇਪੀ ਮਹਾਗਠਬੰਧਨ ਦੇ ਅੰਮ੍ਰਿਤਸਰ ਪੂਰਬੀ ਤੋਂ ਕੈਂਡੀਡੇਟ ਨੇ ਔਰ ਉਹਨਾਂ ਨੇ ਵੱਡਾ ਦਾਅਵਾ ਕੀਤਾ ਵੀ ਇਸ ਵਾਰ ਹਲਕਾ ਪੂਰਬੀ ਦੀ ਸੰਗਤ, ਲੋਕ, ਵੋਟਰ ਨਾ ਹੀ ਸਿੱਧੂ ਨੂੰ ਪਸੰਦ ਕਰ ਰਹੇ ਨੇ ਔਰ ਨਾ ਹੀ ਬਿਕਰਮ ਸਿੰਘ ਮਜੀਠੀਆ ਨੂੰ ਪਸੰਦ ਕਰ ਰਹੇ ਨੇ ਔਰ ਇਸ ਵਾਰ ਲੋਕ ਜਿਹੜੇ ਨੇ ਹਲਕੇ ਦੇ ਵੋਟਰ ਨੇ ਉਹਨਾਂ ਨੂੰ ਫਤਵਾ ਦੇਣਗੇ ਔਰ ਜਿਤਾ ਕੇ ਵਿਧਾਨ ਸਭਾ ਭੇਜਣਗੇ। ਖੈਰ, ਜਿੱਤ ਤਾਂ ਇੱਕ ਸ਼ਖਸ ਦੀ ਹੀ ਹੋਣੀ ਹੈ ਔਰ ਇਹ ਸਮਾਂ ਤੈਅ ਕਰੂਗਾ। 10 ਮਾਰਚ ਨੂੰ ਤੈਅ ਹੋ ਜਾਣਾ ਕਿਸ ਦੀ ਜਿੱਤ ਹੁੰਦੀ ਹੈ ਅਤੇ ਕਿਸ ਦੀ ਹਾਰ ਹੁੰਦੀ ਹੈ ਔਰ
ਉਹਨਾਂ ਵੱਲੋਂ ਜੰਮ ਕੇ ਨਿਸ਼ਾਨੇ ਵੀ ਸਾਧੇ ਗਏ ਨੇ, ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੋਣ ਤਾਂ ਭਾਵੇਂ ਬਿਕਰਮ ਸਿੰਘ ਮਜੀਠੀਆ। ਔਰ ਉਹਨਾਂ ਨੇ ਆਖਿਆ ਵੀ ਉਹਨਾਂ ਦਾ ਵਿਜ਼ਨ ਇੱਕੋ ਹੋਏਗਾ, ਪੰਜਾਬ ਨੂੰ ਨਸ਼ਾ ਮੁਕਤ ਅਤੇ ਗੁੰਡਾਗਰਦੀ ਮੁਕਤ ਕਰਨਾ। कैमरा पर्सन मुकेश बावाना सिकंदर पसरीचा, दैनिक सवेरा टीवी, अमृतसर। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मा दे माहिर A to Z समस्यावां दा फोन ते घर बैठे करवाओ हल। वशीकरण ते मुठ करनी, लव मैरिज, सौतन ते दुश्मन तो छुटकारा, पक्का काम पक्का हल, 101% दी गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जा तुड़वाओ, रुस्से नूं मनाउणा। हुणे कॉल करो बाबा सलीम खान 98 199 37 467।